नमस्कार, आप देख रहे हैं दुनियादारी न्यूज़.com। मैं हूं जयपाल सिंह। हम देखते हैं यहाँ पर कुछ किसान आए हुए हैं। उन्होंने अपना खेती है तो घट धंधा पर सारे ਅਸੀਂ खेती बिना रह नहीं सकते। ਅਸੀਂ ਆਪਦੀ ਜ਼ਮੀਨ ਹੈ, ਇਹ ਸਾਡੀ ਮਾਂ ਹੈ। ਅਸੀਂ ਖੇਤੀ ਬਿਨਾ ਪਹਿਲਾਂ ਤਾਂ ਅਸੀਂ ਮੀਡੀਆ ਦਾ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੀ। ਮੋਦੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਜਦੋਂ ਅਸੀਂ ਆਪਦੇ ਡੰਗਰ ਇੱਥੇ ਲਿਆਂਦੇ ਆ, ਮੱਝਾਂ ਇੱਥੇ ਲਿਆਂਦੀਆਂ, ਦੁੱਧ ਪਾਣੀ ਦਾ ਪ੍ਰਬੰਧ ਇੱਥੇ ਕਰ ਲਿਆ, ਉਹਨਾਂ ਚਿਰ ਅਸੀਂ ਇੱਥੇ ਜਾਂਦੇ ਨਹੀਂਗੇ। ਜਿੰਨਾ ਚਿਰ ਮਰਜ਼ੀ ਅੜਿਆ ਰਵੇ, ਕਾਨੂੰਨ ਰੱਦ ਕਰਾਏ ਬਿਨਾ ਇੱਥੋਂ ਕੋਈ ਕਿਸਾਨ ਨਹੀਂ ਜਾਂਦਾ। ਅਸੀਂ ਉੱਥੇ ਆਪਦਾ ਘਰ ਵੀ ਆ, ਸਾਰੇ ਬਣਾ ਰਹੇ ਆ, ਪੱਕੇ ਕਮਰੇ ਬਣਾ ਰਹੇ ਆ, ਕੋਈ ਲੋਹੇ ਦਾ ਬਣਾ ਰਹੇ ਆ, ਕੋਈ ਇਹਦਾ ਲੱਕੜ ਦਾ ਬਣਾ ਰਹੇ ਆ, ਉਹਨਾਂ ਚਿਰ ਅਸੀਂ ਨਹੀਂ ਜਾਂਦੇ। ये जो कुछ दो किसानों के केस हो गए हैं बोरेवेल बनाने का चक्कर में और पक्के मकान के बनाने के चक्कर में। ਤੂੰ ਦੋ ਕਿਸਾਨਾਂ ਦੇ ਨਾ ਸਾਡੇ ਸਾਰੇ ਤੇ ਕੇਸ ਕਰ ਦੇਣ, ਸਾਨੂੰ ਪਰਵਾਹ ਹੀ ਨਹੀਂ ਉਹਨਾਂ ਕੇਸਾਂ ਦੀ। ਉਹ ਜੋ ਮਰਜ਼ੀ, ਉਹ ਤਾਂ ਸੜਕਾਂ ਨੂੰ ਪੱਟ ਕੇ ਸੀਮੈਂਟ ਲਾਈ ਜਾਣ, ਬੱਜਰੀ ਲਾਈ ਜਾਣ, ਉਹ ਕਿੱਲ ਗੱਡੀ ਜਾਣ, ਉਹਨਾਂ ਤੇ ਤਾਂ ਕੋਈ ਕਾਨੂੰਨ ਨਹੀਂ ਲਾਗੂ। ਜੇ ਅਸੀਂ ਆਪਦਾ ਰਹਿਣ ਵਸੇਰਾ ਬਣਾਉਣੇ ਆ, ਜੇ ਅਸੀਂ ਇੱਥੇ ਪਾਣੀ ਤੇ ਨਲਕਾ ਲਾ ਲਿਆ ਤਾਂ ਕੀ ਸਾਡੇ ਤੇ ਕਾਹਦਾ ਕੇਸ ਇਹ? ਅਸੀਂ ਪਾਣੀ ਪੀਣ ਵਾਸਤੇ ਲਾਇਆ, ਅਸੀਂ ਕਿਹੜਾ ਕੋਈ ਪਾਣੀ ਵੇਚਣ ਵਾਸਤੇ ਲਾਇਆ ਜਾਂ ਕੋਈ ਇੱਥੇ ਆਪਦੀ ਸੁਵਿਧਾ ਤੇ ਕੀਤਾ ਕੰਮ। ਬਿਲਕੁਲ ਕਰਾਂਗੇ, ਜਮਾਂ ਨਹੀਂ ਹਟਦੇ ਉਹਨਾਂ ਚਿਰ, ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਜਾਂਦੇ ਨਹੀਂਗੇ। ਅੱਗੇ ਤਾਂ ਘਰ ਦਾ ਇੱਕ ਜਾਣਾ ਹੀ ਨਾ, ਹੁਣ ਇੱਕ ਘਰ ਦੇ ਚਾਰ ਜਾਣੇ ਆਉਣਗੇ ਨਾਲ, ਬੁੜੀਆਂ ਵੀ ਇੱਥੇ ਰਿਹਾ ਕਰਨਗੀਆਂ, ਸਾਡੇ ਡੰਗਰ ਬੱਚੇ ਵੀ ਸੰਭਾਲਾਂਗੇ, ਜਵਾਕ ਵੀ ਸਾਡੇ ਛੁੱਟੀਆਂ 'ਚ ਇੱਥੇ ਆਇਆ ਕਰਨਗੇ। ਅਸੀਂ ਬਿਲकुल नहीं होना ਜਾਂਦੇ। आपके आंदोलन की एक खास बात रही है, आंदोलन शुरू से ही शांति प्रिय रहा है, क्या संदेश देना चाहेंगे सरकार को? ਅਸੀਂ ਜਿਹੜਾ ਸਾਡਾ ਅੰਦੋਲਨ ਸ਼ਾਂਤੀਪੂਰਵ ਹੈ, ਇਹ ਰਿਹਾ ਨਹੀਂ, ਇਹ ਰਹੂਗਾ। ਕਿਸੇ ਇੱਥੇ ਬੱਚੇ ਬੱਚੀ ਨੂੰ ਕਿਸੇ ਨੂੰ ਕੁਝ ਕਹਿਣਾ ਨਹੀਂ, ਨਾ ਕਿਸੇ ਧੀ ਭੈਣ ਦੀ ਹੱਕ ਦੀ ਇੱਜ਼ਤ ਕਰਦੇ ਆ। ਸਾਰੀਆਂ ਧੀਆਂ ਭੈਣਾਂ ਇੱਜ਼ਤ ਕਰਦੀਆਂ, ਆਪਦੇ ਵੱਡੇ ਵਡੇਰੇ ਸਮਝਦੇ ਆ। ਇੱਥੇ ਕੋਈ ਹੋਊਗਾ ਨਹੀਂ। ਪੰਜਾਬੀ ਇਹ ਲੋਕ ਆ ਜਿਹੜੇ ਇੱਕ ਦੂਜੇ ਦੀ ਸਹਾਇਤਾ ਕਰਨ ਵਾਲੇ ਆ। ਤੇ ਹੁਣ ਤਾਂ ਸਾਡੇ ਨਾਲ ਹਰਿਆਣਾ ਹੈ, ਰਾਜਸਥਾਨ ਹੈ, ਯੂਪੀ ਹੈ, ਹੁਣ ਤਾਂ ਸਾਰੀਆਂ ਸਟੇਟਾਂ ਰਲ ਗਈਆਂ ਸਾਡੇ ਨਾਲ। ਹੁਣ ਤਾਂ ਮਸਲਾ ਹੀ ਨਹੀਂ ਰਹਿ ਗਿਆ ਇਕੱਲਾ। मेरा आपसे एक सवाल है, पहले तो ये कह रहे थे कि मुट्ठी भर किसान है, फिर हरियाणा, पंजाब, यूपी, राजस्थान और अन्य स्टेट सारी आकर जुड़ गई हैं। तो यहाँ पर जब भिन्न भिन्न संस्कृतियों के लोग आए हुए हैं, भिन्न भिन्न समुदाय से लोग आए हैं, जो सरकार की पॉलिसी रही है शुरू से, वो एक भ्रम पैदा करती है कि ये उस जाति से है या उस समुदाय से है। तो यहाँ पर जो माहौल है वो कुछ अलग ही बात कर रहा है, उस बारे में आप क्या कहेंगे? जो तो मुट्ठी भर लोगों की बात कर रहे हैं ना जी, वो तो मोदी को समझ लेना चाहिए भी ये मुट्ठी भर लोगों का कुर्बानियाँ कितनी है, देश याद कराने में इसका कितना बड़ा योगदान है, ये तो उन्हें समझना चाहिए। दूसरी गल करता जी धर्मों की, साडा कोई धर्म नहीं, इतने सभी का एक ही धर्म है। थोड़ा आगे आ जाओ। हाँ जी, सभी का एक ही धर्म है। इत्थे कोई मुसलमान, कोई हिंदू, कोई ईसाई, सब एक है। इत्थे धर्म की कोई बात नहीं, इत्थे किसानी की बात है, मजदूरी की बात है, खेती की बात है, इत्थे कोई दूसरी बात नहीं। पिछले दिनों मैंने एक वीडियो बनाई थी अपने चैनल पर, मैंने उसमें एक सवाल पूछा था कि अगर गोदी मीडिया ये बताना चाहे तो मैं उसका धन्यवाद करूँगा कि किस नेता का लड़का या लड़की फौज में है और किस नेता के घर पर किसी फौजी की लाश आई है शहीद होकर। और अगर वो मुझसे पूछें तो मैं ये हज़ारों की संख्या गिनवा सकता हूँ कि जिन किसानों और मज़दूरों के घरों में उनके शहीद बेटों की लाश आई है। इसके बारे में क्या कहेंगे? ये तो मोदी इन्हां नूं पहलां तां शर्म आउणी चाहीदी है। ਇੱਥੇ ਸੈਂਕੜਿਆਂ ਦੇ ਹਿਸਾਬ ਨਾਲ ਕਿਸਾਨ ਜਿਹੜੇ ਸ਼ਹੀਦ ਹੋ ਗਏ ਆ, ਕਦੇ ਇਹਨਾਂ ਨੇ ਗੱਲ ਨਹੀਂ ਕੀਤੀ। ਫਿਰ ਮੈਂ ਬਾਰਡਰ ਦੇ ਜਿਹੜੇ ਮੁੰਡੇ ਸ਼ਹੀਦ ਹੁੰਦੇ ਆ ਤੇ ਉਹਨਾਂ ਦੀ ਵੀ ਗੱਲ ਕਰ ਰਿਹਾ। ਮੈਂ ਉਸੇ ਤੇ ਲਿਆਉਂਦਾ ਨਾ, ਇਹਨਾਂ ਨੂੰ ਇਹ ਸੰਗ ਆਉਣੀ ਚਾਹੀਦੀ ਵੀ ਸਾਡਾ ਜਵਾਨ ਆ ਜਿਹੜਾ ਉਹ ਤਾਂ ਬਾਰਡਰ ਤੇ ਸਾਡੀ ਲੜਾਈ ਲੜ ਰਿਹਾ ਹੈ ਦੇਸ਼ ਵਾਸਤੇ, ਉੱਥੇ ਸਾਡੇ ਜਵਾਨ ਸ਼ਹੀਦ ਹੋ ਰਹੇ ਆ। ਜਿਹੜੇ ਜਵਾਨਾਂ ਦੇ ਪਿਤਾ ਜੀ ਆ, ਮਾਤਾ, ਭਰਾ, ਭੈਣਾਂ, ਉਹ ਇੱਥੇ ਆਪਦੇ ਹੱਕਾਂ ਲਈ ਲੜਾਈ ਲੜ ਰਹੇ ਆ। ਕੀ ਇਹਨਾਂ ਨੂੰ ਇਹ ਦਿਸਦਾ ਨਹੀਂਗਾ ਸਰਕਾਰ ਨੂੰ? ਇਹ ਗੋਦੀ ਮੀਡੀਆ ਕੱਲਾ ਵਾਰ-ਵਾਰ ਉਹਨਾਂ ਦੀ ਖਬਰੀ ਦਿਖਾ ਰਿਹਾ। गोदी मीडिया ਨੂੰ देश नहीं रहे जो मकान बनी जा रहे हैं। नहीं, जैसा कि मैं कह रहा हूँ वो दिखा पाएगा ये सच्चाई गोदी मीडिया? वो गोदी मीडिया बिल्कुल नहीं दिखाएगा। गोदी मीडिया की साढ़े को परवाह ही नहीं कोई, आपकी परवाह है जो आपको साडा। आपके पास कोई आंकड़ा है कि किसी नेता का बेटा फौज में या लड़की उसकी फौज में है? कोई उन्होंने फौज में जाने की क्या जरूरत है? उन्होंने को लोड़ ही नहीं है। लोड़ तो मेरे बेटे को है। वो उन्होंने को एक बारी एक नेता बनता है तो जमीनों मुरब्बे खरीद लेता है। किसान सारी उम्र में खेती करता है। ये कैसे हो जाता है? एक बार नेता बन गया तो वो प्रॉपर्टी बहुत ज्यादा जमा कर लेते हैं, ये कैसे होता है? ये ऐसे होता है, पहले तो उन्होंने ਦੀਆਂ ਤਨਖਾਹਾਂ ਹੀ ਜਿਹੜੀਆਂ ਸਾਡੇ ਤੇ ਟੈਕਸ ਲਾ ਕੇ ਸਹੂਲਤਾਂ ਹੀ ਇੰਨੀਆਂ ਲੈਂਦੇ ਆ, ਪੈਸਾ ਹੀ ਇੰਨਾ ਇਕੱਠਾ ਕਰਦੇ ਆ। ਨੰਬਰ 1, ਨੰਬਰ 2 ਤੇ ਉਦੋਂ ਬਾਅਦ 2 ਨੰਬਰ ਦੇ ਕੰਮ ਚੱਲਣ ਲੱਗ ਪੈਂਦੇ ਆ। ਫੈਕਟਰੀਆਂ ਵਾਲਿਆਂ ਨੇ ਹਿੱਸੇ ਪਾਲੇ, ਫੈਕਟਰੀਆਂ ਤੇ ਕਬਜ਼ੇ ਕਰ ਲਏ, ਜਿੱਥੇ ਕੰਮ ਬੱਸਾਂ ਪਾਲੀਆਂ ਉਹ ਪਾਲਿਆ। ਸਾਰੇ ਸਟੇਟਾਂ 'ਚ ਇਹ ਹਾਲ ਹੈ, ਤਾਂ ਕਰਕੇ ਪੈਸਾ ਬਣਦਾ। ਤੇ ਕਿਸਾਨ ਤੋਂ ਨਹੀਂ ਸਾਰੀ ਉਮਰ ਪੈਸਾ ਬਣਦਾ। 10 ਕਿੱਲਿਆਂ ਵਾਲੇ ਦੇ ਖੀਰ ਨੂੰ ਜਾ ਕੇ ਕੋਈ 2 ਕਿੱਲੇ ਘਟ ਜਾਂਦੇ ਆ, 12 ਨਹੀਂ ਬਣਦੇ। ਉਹ
ਤੋਂ ਤੇ ਇਹ ਇੱਕ ਵਾਰੀ ਜਦੋਂ ਕੋਈ ਐਮਐਲਏ ਜਾਂ ਐਮਪੀ ਬਣਦਾ ਹੈ ਉਸ ਤੋਂ ਬਾਅਦ ਪ੍ਰਾਪਰਟੀਆਂ ਦਾ ਮਾਲਕ ਬਣ ਜਾਂਦਾ। ਤੁਸੀਂ ਇਹ ਸਮਝੋ ਨਾ कैसे बनता है। भ्रष्टाचार तो ही बनता है और तो कोई तरीका हो ही नहीं सकता। ਹਾਂ ਜੀ ਹਾਂ, ਇਹ ਭ੍ਰਿਸ਼ਟਾਚਾਰ ਤਾਂ ਤੁਸੀਂ ਆਪ ਹੀ ਦੇਖ ਲਓ ਕਿੰਨੇ ਕੁ ਆਪਣੇ ਲੀਡਰ ਨੇ ਜਿਹੜੇ ਜੇ ਕਿਸੇ ਦਾ ਕੋਈ ਮਸਲਾ ਸੁਲਝਾਉਣਾ ਤਾਂ ਉਹਦੇ 'ਚ ਲੱਖਾਂ ਰੁਪਏ ਲੋਕਾਂ ਤੋਂ ਲੈ ਕੇ ਜੀ ਫਿਰ ਉਹਨੂੰ ਕਹਿੰਦੇ ਵੀ ਅਸੀਂ ਤੇਰਾ ਕੰਮ ਕਰਵਾਵਾਂਗੇ। ਇਮਾਨਦਾਰੀ ਵਾਲਾ ਤਾਂ ਕੋਈ ਸਿਸਟਮ ਹੈ ਹੀ ਨਹੀਂ ਨਾ। ਖਾਲੀ ਤੁਸੀਂ ਦਿੱਲੀ ਦੇ ਵਿੱਚ ਹੀ ਦੇਖ ਲਓ ਇਕੱਲਾ ਕੇਜਰੀਵਾਲ ਸਰਕਾਰ ਹੈ ਜੋ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। यानी कि पर्दे के पीछे बहुत कुछ होता है। ਬਹੁਤ ਕੁਛ ਹੋता केजरीवाल जी की भी अभी एक कुछ रिपोर्ट आई है कि वो जो केंद्र सरकार है उन्होंने एक बिल पेश किया है लोकसभा में कि जिससे केजरीवाल सरकार यानी कि दिल्ली सरकार की शक्तियां कम कर दी जाएं और राज्यपाल ही सब कुछ होगा। कोई भी बिल अगर है आएगा उसको पास करवाने के लिए राज्यपाल की मंजूरी ज़रूरी होगी। तो इस बारे में क्या कहेंगे आप? ਉਹ ਤਾਂ ਜੀ ਫਿਰ ਆਏ ਨਾ ਫਿਰ ਉਹ ਕੇਜਰੀਵਾਲ ਹੁਣ ਜਦੋਂ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਕੰਮ ਤਾਂ ਕੇਜਰੀਵਾਲ ਦੇ ਨਾਂ ਆਉਂਦੇ ਨੇ ਨਾ ਫਿਰ ਇਹਨਾਂ ਨੂੰ ਆਏ ਵੀ ਅਸੀਂ ਮੋਹਰਾ ਬਣੀਆਂ ਲੋਕਾਂ ਦੇ ਵਿੱਚ ਵੀ ਸਾਨੂੰ ਚੰਗਾ ਕਹਿਣ ਵੀ ਆਉਣ ਵਾਲੇ ਸਮੇਂ 'ਚ ਵੀ ਸਾਡੀ। ये एक राजनीति सवाल नहीं है, ये सवाल है कि वो लोग कुछ राशन बांटने की बात कर रहे थे। जो दिल्ली सरकार है राशन, हाँ। वो घर घर राशन पहुंचाने की बात कर रही थी। तो इसमें तो किसी सरकार को कोई ऑब्जेक्शन नहीं होना चाहिए। वो तो एक गरीब और आम आदमी के लिए बहुत बढ़िया सुविधा थी। उस बारे में क्या कहेंगे? ਸਰ ਉਹ ਤਾਂ ਐਂ ਨਾ ਹੁਣ ਜੇ ਰਾਸ਼ਨ ਜਾਊਗਾ ਲੋਕਾਂ ਕੋਲ ਲੋਕਾਂ ਦੇ ਵਿੱਚ ਉਹਦੀ ਲੋਕਪ੍ਰਿਯਤਾ ਵਧੇਗੀ। ਉਹ ਜਿਹੜੀ ਦੂਸਰੀ ਸਰਕਾਰ ਉਹ ਚਾਹੁੰਦੀ ਨਹੀਂ ਵੀ ਇਹ ਲੋਕਾਂ 'ਚ ਲੋਕਪ੍ਰਿਯ ਹੋਏ ਤਾਂ ਉਹਨਾਂ ਇਹ ਚੀਜ਼ ਚੁੱਭ ਰਹੀ ਹੈ ਜੀ। यानी कि ये एक राजनीतिक कारण है जो गरीबों को सुविधाएं देखने से रोक रहा है। एक ही मुख्यमंत्री है जो प्रधानमंत्री के टकराया है। नहीं, पूरे हिंदुस्तान में मुख्यमंत्री सब डरते गोडी हथलाते हैं। एक ही मुख्यमंत्री है जो इन्हें स्टेडियम मंगे जेल बनाने लिए, उसने जेल बनाने लिए नहीं देते, जवाब दे दिया उन्हें जेल बनाने लिए स्टेडियम नहीं देते। एक ही मुख्यमंत्री है जो प्रधानमंत्री के टकरता है। ये क्या खास बात होती है? नेता कोई भी बयान दे देता है और फिर उसके बाद कह देता है मैं अपने शब्द वापस लेता हूँ। तो ये कौन सी पॉलिसी है? ਇਹ ਤਾਂ ਇਹਨਾਂ ਦੀ ਪਾਲਿਸੀ ਹੈ ਵੀ ਪਹਿਲਾਂ ਬੋਲੀ ਜਾਓ ਜੋ ਮਰਜੀ ਤਾਂ ਮੁੜ ਕੇ ਹੱਥ जोड़ के माफ़ी मांग लो। ऐसे कोई बात बनता है? बिल्कुल नहीं बनता है, ये गलत है। माफ़ी भी नहीं, वो तो सिर्फ एक ही बात कहते हैं मैं अपने शब्द वापस लेता हूँ। वो जो मर्जी कही जाना, आपके कोई पूछने वाला नहीं ना। आपको जो उन्होंने पूछे कोई जहाँ किसानों को बोलते सी ये बात नहीं करना आता, किसानों को गल नहीं करनी आती, किसानों को बहुत कुछ बोला है। तो उन्होंने किसानों ने जो साढ़े किसान मीटिंग करने जाते सी वो बातों करते सी, उन्होंने जवाब नहीं आता साड़ी बातों का। जो साढ़े लीडर जाते सी किसान के वो उन्होंने बातों करते, उन्होंने बातों का जवाब नहीं आता सीगा। तो आप इस वीडियो के जरिए क्या संदेश देना चाहेंगे सरकार को? ਅਸੀਂ ਇਸ ਵੀਡੀਓ ਕੋ ਇਹ ਸੰਦੇਸ਼ ਇਹ ਦੇਣਾ ਚਾਹਤੇ ਹਾਂ ਵੀ ਜਿਹੜੇ ਤਿੰਨੇ ਕਾਲੇ ਕਾਨੂੰਨ ਹੈ ਉਹ ਰੱਦ ਕਰਨ। ਇੱਕ 2020 ਬਿਜਲੀ ਐਕਟ ਲਿਆਉਣ ਨੂੰ ਫਿਰਦੇ ਉਹਨੂੰ ਰੱਦ ਕਰਨ। ਇੱਕ ਕਿਸਾਨਾਂ ਤੇ ਪਰਾਲੀ ਵਾਲਾ ਮੁੱਦਾ ਜਿਹੜਾ ਕਰੋੜ ਰੁਪਈਆ ਜੁਰਮਾਨਾ ਲਾਇਆ, 5 ਸਾਲ ਦੀ ਸਜ਼ਾ ਕੀਤੀ ਹੈ ਵੀ ਉਹ ਕਾਨੂੰਨ ਲਾਗੂ ਕਰਨਾ ਸਾਡੇ ਤੇ, ਉਹਨੂੰ ਰੱਦ ਕਰਨ। ਤੇ ਜਿਹੜੀਆਂ ਸਾਡੀਆਂ ਮੰਗਾਂ ਹੈ ਉਹ ਸਾਡੀਆਂ ਮੰਗਾਂ ਮੰਨਣ। ਜਿਹੜੀ ਸਾਡੀ ਫਸਲ ਦੀ MSC ਹੈ ਉਹਨੂੰ ਲਿਖਤੀ ਰੂਪ ਦੇ ਵਿੱਚ ਲਾਗੂ ਕਰਕੇ ਸਾਨੂੰ ਦੇਣ। ਤਾਂ ਅਸੀਂ ਇਸ ਸਰਕਾਰ ਤੋਂ ਮੰਗ ਕਰਦੇ ਹਾਂ। ਆਏ ਸਾਲ 10% इतना लंबा समय हो गया है। ਹਾਂਜੀ ਲੰਬਾ ਸਮਾਂ ਕੋਈ ਨਾ ਜੀ, ਬੈਠੇ ਆਂਗੇ ਜਿੰਨਾ ਚਿਰ ਸੰਘਰਸ਼ ਚੱਲੂਗਾ ਜਿੱਤ ਕੇ ਜਾਵਾਂਗੇ, ਉਦੋਂ ਤਾਂ ਜਾਣਾ ਹੈ ਹੀ ਨਹੀਂ। 6 ਮਹੀਨੇ ਹੋ ਗਏ ਬਸ ਜੇ ਜਾਵਾਂਗੇ ਫਿਰ यहाँ पर किसान ਜੇ ਜਾਵਾਂਗੇ ਫਿਰ ਵੀ ਮਰਦੇ ਆਂ ਅਸੀਂ। ਜੇ ਇੱਥੇ ਬੈਠੇ ਸਮੇਂ ਸਾਨੂੰ ਫਾਇਦਾ ਹੋਵੇਗਾ ਗਵਰਨਮੈਂਟ ਦੇ ਵੀ ਨਾਸੀ ਤੂੰ ਆਇਆ ਵੇ ਇਸ ਗੱਲ ਦੇ ਵੀ ਕਿਸਾਨ ਬੈਠੇ ਨਾ ਇੱਥੋਂ ਜਾਵੜੇ ਹਿੱਲ ਗਏ ਤਾਂ ਗਵਰਨਮੈਂਟ ਸਾਡੇ ਸਿਰ ਚੜ ਜੂਗੀ। इन्होंने एक बात स्पष्ट कही है कि जब भी कोई संघर्ष होगा तो उसका परिणाम होगा। अगर यहाँ से हम चले गए तो इसका कोई नतीजा नहीं निकलेगा और ये बात हमारी व्यर्थ ही जाएगी। जो लंबा संघर्ष है वो हमारे किसी काम नहीं आएगा। और इन्होंने अपने लंबे संघर्ष के लिए तैयारियां मजबूत कर रखी हैं। सरकार को समझना चाहिए कि ये जो धन्यवाद।